ਮੈਂ ਇੱਕ ਹਨੇਰੇ ਕਮਰੇ ਵਿੱਚ ਬੈਠੀ ਆਪਣੀ ਕਿਸਮਤ ਨੂੰ ਕੋਸ ਰਹੀ ਸੀ। ਆਪਣੀ ਕਿਸਮਤ ਦੇ ਨਾਲ-ਨਾਲ ਮੈਨੂੰ ਰਿਸ਼ਤਿਆਂ 'ਤੇ ਵੀ ਭਰੋਸਾ ਨਹੀਂ ਰਿਹਾ ਸੀ। ਖ਼ਾਸ ਤੌਰ 'ਤੇ ਮਾਂ ਦਾ ਰਿਸ਼ਤਾ ਤਾਂ ਮੇਰੇ ਲਈ ਬਿਲਕੁਲ ਵੀ ਭਰੋਸੇ ਦੇ ਲਾਇਕ ਨਹੀਂ ਰਿਹਾ। ਕੀ ਮਾਂ ਅਜਿਹੀ ਵੀ ਹੋ ਸਕਦੀ ਹੈ? ਕੀ ਉਹ ਅਜਿਹਾ ਵੀ ਕਰ ਸਕਦੀ ਹੈ ਜੋ ਮੇਰੀ ਮਾਂ ਨੇ ਮੇਰੇ ਨਾਲ ਕੀਤਾ? ਇੱਕ ਅਜਨਬੀ ਆਦਮੀ ਨਾਲ ਜ਼ਬਰਦਸਤੀ ਭੇਜ ਦਿੱਤਾ। ਮੈਂ ਇਹ ਵੀ ਨਹੀਂ ਜਾਣਦੀ ਸੀ ਕਿ ਉਹ ਕੌਣ ਹੈ। ਉਹ ਮੇਰਾ ਆਪਣਾ ਸੀ ਜਾਂ ਪਰਾਇਆ। ਉਸਨੇ ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਵੀ ਅਜਿਹਾ ਕੁਝ ਹੋ ਸਕਦਾ ਹੈ। ਇਸ ਦੀ ਜ਼ਿੰਮੇਵਾਰ ਸਿਰਫ ਮੇਰੀ ਮਾਂ ਹੀ ਸੀ। ਉਹ ਤਾਂ ਮੈਨੂੰ ਇੰਨਾ ਪਿਆਰ ਕਰਦੀ ਸੀ, ਮੇਰੇ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦੀ ਸੀ। ਫਿਰ ਉਸਨੇ ਮੈਨੂੰ ਇਸ ਤਰ੍ਹਾਂ ਕਿਸੇ ਅਜਨਬੀ ਨਾਲ ਕਿਵੇਂ ਭੇਜ ਦਿੱਤਾ? ਮੈਨੂੰ ਇਹ ਸਭ ਸਮਝ ਨਹੀਂ ਆ ਰਿਹਾ ਸੀ। ਮੇਰਾ ਨਾਮ ਸੀਮਾ ਹੈ। ਮੇਰੀ ਉਮਰ 15 ਸਾਲ ਦੀ ਹੈ। ਮੈਂ ਆਪਣੇ ਮੰਮੀ ਪਾਪਾ ਨਾਲ ਰਹਿੰਦੀ ਹਾਂ। ਅਸੀਂ ਇੱਕ ਖੁਸ਼ਹਾਲ ਪਰਿਵਾਰ ਸੀ। ਮੇਰੇ ਪਾਪਾ ਇੱਕ ਹਸਪਤਾਲ ਵਿੱਚ ਨੌਕਰੀ ਕਰਦੇ ਸਨ। ਮੇਰੀ ਮਾਂ ਵੀ ਸਮਝਦਾਰ ਸੀ। ਸਾਡੀ ਜ਼ਿੰਦਗੀ ਵਧੀਆ ਚੱਲ ਰਹੀ ਸੀ। ਇੱਕ ਦਿਨ ਮੈਂ ਆਪਣੀ ਮਾਂ ਨਾਲ ਬਾਜ਼ਾਰ ਗਈ ਸੀ। ਇੱਕ ਆਦਮੀ ਬਾਰ-ਬਾਰ ਮੇਰੀ ਮਾਂ ਵੱਲ ਦੇਖ ਰਿਹਾ ਸੀ। ਉਸਨੇ ਮੇਰੀ ਮਾਂ ਨੂੰ ਇਸ਼ਾਰਾ ਵੀ ਕੀਤਾ, ਪਰ ਮਾਂ ਨੇ ਸ਼ਾਇਦ ਧਿਆਨ ਨਹੀਂ ਦਿੱਤਾ। ਅਸੀਂ ਸਮਾਨ ਲੈ ਕੇ ਦੁਕਾਨ ਤੋਂ ਬਾਹਰ ਆ ਗਈਆਂ ਤੇ ਉਹ ਆਦਮੀ ਵੀ ਬਾਹਰ ਆ ਗਿਆ। ਉਹ ਸਾਡੇ ਵੱਲ ਦੇਖਣ ਲੱਗਿਆ। ਮਾਂ ਨੇ ਬਿਨਾਂ ਪਿੱਛੇ ਦੇਖੇ ਤੇਜ਼ੀ ਨਾਲ ਘਰ ਵੱਲ ਚੱਲਣਾ ਸ਼ੁਰੂ ਕਰ ਦਿੱਤਾ। ਮੈਂ ਬਾਰ-ਬਾਰ ਪਿੱਛੇ ਮੁੜ ਕੇ ਦੇਖ ਰਹੀ ਸੀ। ਉਹ ਤਾਂ ਜਿਵੇਂ ਸਾਡੇ ਪਿੱਛੇ ਹੀ ਪੈ ਗਿਆ ਸੀ। ਮੈਂ ਮਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਕੋਈ ਆਪਣਾ ਪਿੱਛਾ ਕਰ ਰਿਹਾ ਹੈ, ਪਰ ਪਤਾ ਨਹੀਂ ਕਿਉਂ ਮੈਂ ਦੱਸ ਨਹੀਂ ਪਾਈ। ਪਰ ਜਦੋਂ ਮੈਂ ਘਰ ਦੇ ਅੰਦਰ ਜਾਣ ਲੱਗੀ ਤਾਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਗਲੀ ਦੀ ਨੁੱਕਰ 'ਤੇ ਹੀ ਖੜਾ ਸੀ। ਮੈਂ ਮਾਂ ਨੂੰ ਉਂਗਲ ਨਾਲ ਇਸ਼ਾਰਾ ਕੀਤਾ ਕਿ ਕੋਈ ਪਿੱਛੇ ਹੈ, ਪਰ ਜਦੋਂ ਮਾਂ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉੱਥੇ ਕੋਈ ਨਹੀਂ ਸੀ। ਮਾਂ ਪੁੱਛਣ ਲੱਗੀ ਕਿ ਕੀ ਹੋਇਆ, ਤਾਂ ਮੈਂ ਕਿਹਾ ਕੁਝ ਨਹੀਂ। ਮੈਂ ਸੋਚਿਆ ਕਿਤੇ ਮਾਂ ਪਰੇਸ਼ਾਨ ਨਾ ਹੋ ਜਾਵੇ, ਇਸ ਲਈ ਮੈਂ ਮਾਂ ਨੂੰ ਉਸ ਆਦਮੀ ਬਾਰੇ ਕੁਝ ਨਾ ਕਿਹਾ। ਕੁਝ ਦਿਨ ਬਾਅਦ ਮੈਂ ਸਕੂਲ ਤੋਂ ਵਾਪਸ ਆਈ ਤਾਂ ਇੱਕ ਆਦਮੀ ਨੂੰ ਆਪਣੇ ਘਰੋਂ ਨਿਕਲਦਾ ਦੇਖਿਆ। ਉਹ ਮੈਨੂੰ ਦੇਖਿਆ ਲੱਗ ਰਿਹਾ ਸੀ। ਫਿਰ ਮੈਨੂੰ ਯਾਦ ਆਇਆ ਕਿ ਇਹ ਤਾਂ ਉਹੀ ਆਦਮੀ ਸੀ ਜੋ ਉਸ ਦਿਨ ਸਾਡਾ ਪਿੱਛਾ ਕਰ ਰਿਹਾ ਸੀ। ਅੱਜ ਸਾਡੇ ਘਰ ਤੱਕ ਆ ਗਿਆ ਸੀ, ਪਰ ਇਹ ਸਾਡੇ ਘਰ ਅੰਦਰ ਕੀ ਕਰ ਰਿਹਾ ਸੀ? ਮੇਰੇ ਮਨ ਅੰਦਰ ਕਈ ਸਵਾਲ ਉੱਠਣ ਲੱਗੇ। ਮੈਂ ਅੰਦਰ ਜਾ ਕੇ ਮਾਂ ਨੂੰ ਪੁੱਛਿਆ ਕਿ ਕੌਣ ਆਇਆ ਸੀ, ਤਾਂ ਉਹ ਕਹਿਣ ਲੱਗੀ ਕਿ ਕੋਈ ਨਹੀਂ। ਮੈਂ ਕਿਹਾ ਹੁਣੇ ਤਾਂ ਕਿਸੇ ਨੂੰ ਬਾਹਰ ਜਾਂਦੇ ਦੇਖਿਆ ਹੈ ਮੈਂ। ਤਾਂ ਮਾਂ ਕਹਿਣ ਲੱਗੀ ਕਿ ਅੱਛਾ, ਉਹ ਤਾਂ ਬਿਜਲੀ ਦਾ ਬਿੱਲ ਲੈਣ ਆਇਆ ਸੀ। ਮੈਂ ਆਪਣੀ ਮਾਂ ਦੀ ਗੱਲ 'ਤੇ ਭਰੋਸਾ ਨਾ ਕੀਤਾ। ਹਜੇ 2 ਦਿਨ ਪਹਿਲਾਂ ਤਾਂ ਪਾਪਾ ਨੇ ਬਿਜਲੀ ਦਾ ਬਿੱਲ ਭਰਿਆ ਸੀ, ਪਰ ਮੈਂ ਚੁੱਪ ਰਹੀ ਕਿਉਂਕਿ ਮਾਂ ਨੂੰ ਜ਼ਿਆਦਾ ਸਵਾਲ ਜਵਾਬ ਕਰਨ ਦੀ ਮੇਰੀ ਆਦਤ ਨਹੀਂ ਸੀ। ਉਸ ਦਿਨ ਜਦੋਂ ਸ਼ਾਮ ਨੂੰ ਪਾਪਾ ਘਰ ਆਏ ਤਾਂ ਮੰਮੀ ਪਾਪਾ ਵਿੱਚ ਬਹੁਤ ਝਗੜਾ ਹੋਇਆ। ਖਾਣੇ ਵਿੱਚ ਨਮਕ ਜ਼ਿਆਦਾ ਕਰਕੇ ਪਾਪਾ ਨੇ ਮੰਮੀ ਨੂੰ ਕਹਿ ਦਿੱਤਾ ਕਿ ਤੇਰਾ ਧਿਆਨ ਕਿੱਥੇ ਸੀ, ਨਮਕ ਜ਼ਿਆਦਾ ਹੈ। ਤਾਂ ਇਹ ਸੁਣ ਕੇ ਮੰਮੀ ਦਾ ਪਾਰਾ ਹਾਈ ਹੋ ਗਿਆ ਤੇ ਉਹ ਬੋਲਣ ਲੱਗੀ ਕਿ ਤੁਹਾਨੂੰ ਮੇਰੇ ਹਰ ਕੰਮ ਵਿੱਚ ਨੁਕਸ ਕੱਢਣ ਦੀ ਆਦਤ ਹੋ ਗਈ ਹੈ। ਇਹ ਸੁਣ ਕੇ ਪਾਪਾ ਵੀ ਆਪਣੇ ਆਪੇ ਵਿੱਚੋਂ ਬਾਹਰ ਹੋ ਗਏ। ਉਸ ਰਾਤ ਘਰ ਵਿੱਚ ਕੋਈ ਵੀ ਚੈਨ ਨਾਲ ਨਹੀਂ ਸੁੱਤਾ। ਅਗਲੇ ਕੁਝ ਦਿਨਾਂ ਬਾਅਦ ਉਹ ਆਦਮੀ ਫਿਰ ਘਰ ਦੇ ਦਰਵਾਜ਼ੇ 'ਤੇ ਨਜ਼ਰ ਆਇਆ। ਮੈਂ ਛੱਤ 'ਤੇ ਆਪਣੀ ਸਹੇਲੀ ਨਾਲ ਗੱਲਾਂ ਕਰ ਰਹੀ ਸੀ। ਪਾਪਾ ਰਾਤ ਦੀ ਡਿਊਟੀ 'ਤੇ ਸਨ। ਮੈਂ ਛੱਤ ਤੋਂ ਥੱਲੇ ਦੇਖਿਆ ਤਾਂ ਉਹ ਆਦਮੀ ਦਰਵਾਜ਼ੇ 'ਤੇ ਖੜਾ ਸੀ। ਫਿਰ ਮਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਆਦਮੀ ਅੰਦਰ ਚਲਿਆ ਗਿਆ। ਜਦੋਂ ਤੱਕ ਮੈਂ ਥੱਲੇ ਆਈ ਤਾਂ ਉੱਥੇ ਕੋਈ ਵੀ ਨਹੀਂ ਸੀ। ਮੈਂ ਮਾਂ ਨੂੰ ਪੁੱਛਿਆ ਕਿ ਕੌਣ ਆਇਆ ਸੀ, ਤਾਂ ਉਹ ਕਹਿਣ ਲੱਗੀ ਕਿ ਕਿਸ ਨੇ ਆਉਣਾ ਸੀ, ਕੋਈ ਨਹੀਂ ਆਇਆ। ਤੇਰੇ ਪਾਪਾ ਨੇ ਨਹੀਂ ਆਉਣਾ, ਇਸ ਲਈ ਖਾਣਾ ਖਾ ਕੇ ਸੌਂ ਜਾ। ਮੈਂ ਟੀਵੀ ਦੇਖਦੇ ਉੱਥੇ ਹੀ ਸੌਂ ਗਈ। ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਜੋ ਦੇਖਿਆ ਉਹ ਦੇਖ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਮੈਂ ਦੇਖਿਆ ਮੇਰੀ ਮਾਂ ਅਤੇ ਇੱਕ ਆਦਮੀ ਜਿਸ ਦੀ ਮੇਰੇ ਵੱਲ ਪਿੱਠ ਸੀ। ਫਿਰ ਮੈਨੂੰ ਦੁਬਾਰਾ ਨੀਂਦ ਆ ਗਈ। ਜਦੋਂ ਮੈਂ ਸਵੇਰੇ ਉੱਠੀ ਤਾਂ ਪਾਪਾ ਆ ਚੁੱਕੇ ਸਨ ਤੇ ਮਾਂ ਵੀ ਖੁਸ਼ ਲੱਗ ਰਹੀ ਸੀ। ਮੈਨੂੰ ਲੱਗਿਆ ਸ਼ਾਇਦ ਮੈਂ ਜੋ ਰਾਤ ਦੇਖਿਆ ਉਹ ਸੁਪਨਾ ਸੀ, ਪਰ ਇਸ ਵਿੱਚ ਇੱਕ ਅਜਿਹਾ ਸੱਚ ਸੀ ਜਿਸ ਦਾ ਪਤਾ ਮੈਨੂੰ ਆਉਣ ਵਾਲੇ ਸਮੇਂ ਵਿੱਚ ਚੱਲ ਗਿਆ ਸੀ। ਉਸ ਆਦਮੀ ਦਾ ਸਾਡੇ ਘਰ ਆਉਣਾ ਜਾਣਾ ਵੱਧ ਗਿਆ ਸੀ, ਪਰ ਉਸ ਸਮੇਂ ਆਉਂਦਾ ਜਦੋਂ ਪਾਪਾ ਘਰ ਨਾ ਹੁੰਦੇ। ਜਦੋਂ ਆਉਂਦਾ ਤਾਂ ਮਾਂ ਮੈਨੂੰ ਕਿਸੇ ਬਹਾਨੇ ਘਰ ਤੋਂ ਬਾਹਰ ਭੇਜ ਦਿੰਦੀ। ਮੈਂ ਮਾਂ ਨੂੰ ਉਸ ਆਦਮੀ ਬਾਰੇ ਪੁੱਛਿਆ ਤਾਂ ਕਹਿਣ ਲੱਗੀ ਕਿ ਉਹ ਮੇਰਾ ਭਰਾ ਹੈ, ਪਰ ਆਪਣੇ ਪਾਪਾ ਨੂੰ ਇਸ ਬਾਰੇ ਨਾ ਦੱਸੀ ਕਿਉਂਕਿ ਉਹਨਾਂ ਨੂੰ ਇਹ ਚੰਗਾ ਨਹੀਂ ਲੱਗੇਗਾ। ਮੈਂ ਇੰਨਾ ਤਾਂ ਸਮਝ ਗਈ ਸੀ ਕਿ ਮਾਂ ਜੋ ਕਰ ਰਹੀ ਹੈ ਉਹ ਗਲਤ ਹੈ, ਪਰ ਪਾਪਾ ਨੂੰ ਕੁਝ ਵੀ ਦੱਸਣ ਦੀ ਹਿੰਮਤ ਮੇਰੇ ਵਿੱਚ ਨਹੀਂ ਸੀ। ਫਿਰ ਇੱਕ ਦਿਨ ਮੈਂ ਸਕੂਲ ਤੋਂ ਵਾਪਸ ਆਈ ਤਾਂ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਮੈਂ ਅੰਦਰ ਗਈ ਤਾਂ ਮਾਂ ਮੈਨੂੰ ਕਿਤੇ ਨਜ਼ਰ ਨਹੀਂ ਆਈ। ਮੈਂ ਉਹਨਾਂ ਦੇ ਕਮਰੇ ਵੱਲ ਗਈ ਤਾਂ ਮੈਨੂੰ ਅੰਦਰੋਂ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਕਮਰੇ ਦੇ ਬਾਹਰ ਖੜ੍ਹ ਕੇ ਗੱਲਾਂ ਸੁਣਨ ਲੱਗੀ। ਮੈਂ ਖਿੜਕੀ ਵਿੱਚ ਦੀ ਦੇਖਿਆ ਤਾਂ ਅੰਦਰ ਉਹੀ ਆਦਮੀ ਸੀ। ਮੇਰੀ ਮਾਂ ਉਸ ਕੋਲ ਬੈਠੀ ਰੋ ਰਹੀ ਸੀ। ਮਾਂ ਉਸ ਨੂੰ ਕਹਿ ਰਹੀ ਸੀ ਕਿ ਮੇਰੀ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਸਿਰਫ ਤੇਰੇ ਕਰਕੇ ਅਧੂਰੀਆਂ ਰਹਿ ਗਈਆਂ। ਤੂੰ ਮੇਰੀ ਜ਼ਿੰਦਗੀ ਵਿੱਚ ਅਜਿਹਾ ਜ਼ਹਿਰ ਘੋਲਿਆ ਕਿ ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਮੇਰੀਆਂ ਸਾਰੀਆਂ ਖੁਸ਼ੀਆਂ ਅਤੇ ਇੱਛਾਵਾਂ ਇੱਕ ਸੁਪਨਾ ਬਣ ਕੇ ਰਹਿ ਗਈਆਂ।
ਮੇਰੀ ਮਾਂ ਬਹੁਤ ਰੋ ਰਹੀ ਸੀ। ਹੁਣ ਤੂੰ ਇੱਥੇ ਕੀ ਕਰਨ ਆਇਆ ਹੈ? ਪਹਿਲਾਂ ਦੀ ਤਰ੍ਹਾਂ ਮੈਨੂੰ ਬਰਬਾਦ ਕਰਨ ਦਾ ਇਰਾਦਾ ਹੈ? ਤੇਰੇ ਕਰਕੇ ਮੈਂ ਕੀ ਨਹੀਂ ਛੱਡਿਆ ਤੇ ਤੂੰ ਮੇਰੇ ਨਾਲ ਕੀ ਕੀਤਾ? ਉਹ ਆਦਮੀ ਮੇਰੀ ਮਾਂ ਦਾ ਹੱਥ ਫੜ ਕੇ ਉਸਨੂੰ ਤਸੱਲੀ ਦੇ ਰਿਹਾ ਸੀ। ਉਹ ਕਹਿਣ ਲੱਗਾ ਕਿ ਫਿਕਰ ਨਾ ਕਰ, ਹੁਣ ਮੈਂ ਆ ਗਿਆ ਹਾਂ, ਸਭ ਠੀਕ ਕਰ ਦੇਵਾਂਗਾ। ਹੁਣ ਹਰ ਚੀਜ਼ ਆਪਣੀ ਜਗ੍ਹਾ 'ਤੇ ਹੋਵੇਗੀ। ਮੈਂ ਨਹੀਂ ਜਾਣਦੀ ਸੀ ਕਿ ਉਹ ਕਿਸ ਬਾਰੇ ਗੱਲਾਂ ਕਰ ਰਹੇ ਸਨ। ਮਾਂ ਕਹਿਣ ਲੱਗੀ ਕਿ ਮੇਰਾ ਪਤੀ ਤੇ ਬੇਟੀ ਮੈਨੂੰ ਮਨਾਉਣਾ ਮੁਸ਼ਕਿਲ ਹੋਵੇਗਾ। ਉਹ ਆਦਮੀ ਕਹਿਣ ਲੱਗਿਆ ਕਿ ਫਿਕਰ ਨਾ ਕਰ, ਮੈਂ ਉਹਨਾਂ ਨੂੰ ਮਨਾ ਲਵਾਂਗਾ। ਬੱਚੀ ਹੈ, ਇਸ ਰਿਸ਼ਤੇ ਨੂੰ ਮੰਨ ਲਵੇਗੀ, ਪਰ ਆਪਣੇ ਪਤੀ ਨੂੰ ਹਜੇ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੈ। ਸਾਰਾ ਕੰਮ ਹੋਣ ਤੋਂ ਬਾਅਦ ਉਸਨੂੰ ਦੱਸ ਦੇਣਾ ਤਾਂ ਕਿ ਉਹ ਇੱਕ ਸਹੀ ਫੈਸਲਾ ਕਰ ਸਕੇ ਤੇ ਤੈਨੂੰ ਤੇਰੀਆਂ ਖੁਸ਼ੀਆਂ ਮਿਲ ਜਾਣ। ਮੈਨੂੰ ਉਹਨਾਂ ਦੀਆਂ ਗੱਲਾਂ ਤੋਂ ਲੱਗਿਆ ਕਿ ਮਾਂ ਆਪਣੀ ਜ਼ਿੰਦਗੀ ਵਿੱਚ ਖੁਸ਼ ਨਹੀਂ ਹੈ। ਜਿੱਥੋਂ ਤੱਕ ਉਹਨਾਂ ਦੀਆਂ ਗੱਲਾਂ ਸੁਣ ਕੇ ਸਮਝ ਆਇਆ, ਸ਼ਾਇਦ ਉਹ ਆਦਮੀ ਮੇਰੀ ਮਾਂ ਦਾ ਪਹਿਲਾ ਪਿਆਰ ਸੀ ਜੋ ਉਸਨੂੰ ਨਹੀਂ ਮਿਲਿਆ ਤੇ ਉਸਦਾ ਵਿਆਹ ਪਾਪਾ ਨਾਲ ਹੋ ਗਿਆ ਹੋਵੇਗਾ। ਪਰ ਹੁਣ ਮਾਂ ਉਸ ਪਿਆਰ ਨੂੰ ਫਿਰ ਤੋਂ ਪਾਉਣਾ ਚਾਹੁੰਦੀ ਸੀ ਤੇ ਮੈਨੂੰ ਆਪਣੇ ਨਾਲ ਲਿਜਾਣਾ ਚਾਹੁੰਦੀ ਹੋਵੇ। ਮੈਨੂੰ ਆਪਣੀ ਮਾਂ ਤੋਂ ਨਫ਼ਰਤ ਹੋਣ ਲੱਗੀ ਸੀ। ਉਹ ਪਾਪਾ ਨੂੰ ਧੋਖਾ ਕਿਵੇਂ ਦੇ ਸਕਦੀ ਸੀ? ਕਿ ਸ਼ਰੀਫ ਔਰਤਾਂ ਇਹੋ ਜਿਹੀਆਂ ਹੁੰਦੀਆਂ ਹਨ? ਮੈਂ ਆਪਣੇ ਕਮਰੇ ਵਿੱਚ ਰੋਂਦੀ ਰਹੀ। ਸ਼ਾਮ ਨੂੰ ਪਾਪਾ ਆਏ ਤਾਂ ਮੈਂ ਕਮਰੇ ਵਿੱਚੋਂ ਬਾਹਰ ਆਈ। ਮੇਰੀ ਮਾਂ ਪਾਪਾ ਨਾਲ ਪਿਆਰ ਨਾਲ ਗੱਲ ਕਰ ਰਹੀ ਸੀ। ਇਸ ਸਮੇਂ ਉਹ ਮੈਨੂੰ ਦੋਗਲੀ ਔਰਤ ਲੱਗ ਰਹੀ ਸੀ। ਇੱਕ ਦਿਨ ਫਿਰ ਦਰਵਾਜ਼ੇ 'ਤੇ ਉਹੀ ਆਦਮੀ ਸੀ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਕਹਿਣ ਲੱਗਿਆ, ਤੇਰੀ ਮਾਂ ਕਿੱਥੇ ਹੈ? ਮੈਂ ਕਿਹਾ, ਕੋਈ ਕੰਮ ਹੈ ਤਾਂ ਮੈਨੂੰ ਦੱਸੋ। ਪਰ ਉਹ ਤਾਂ ਧੱਕੇ ਨਾਲ ਹੀ ਅੰਦਰ ਆ ਗਿਆ ਤੇ ਮਾਂ ਨੂੰ ਆਵਾਜ਼ਾਂ ਦੇਣ ਲੱਗਿਆ। ਮੇਰੀ ਮਾਂ ਉਸਦੀਆਂ ਆਵਾਜ਼ਾਂ ਸੁਣ ਕੇ ਰਸੋਈ ਵਿੱਚੋਂ ਬਾਹਰ ਆਈ ਤਾਂ ਉਹ ਆਦਮੀ ਕਹਿਣ ਲੱਗਿਆ ਕਿ ਤੇਰੇ ਪਤੀ ਨੂੰ ਸਭ ਪਤਾ ਚੱਲ ਗਿਆ ਹੈ ਕਿ ਮੈਂ ਤੈਨੂੰ ਮਿਲਣ ਆਉਂਦਾ ਹਾਂ। ਉਹ ਮੇਰੀ ਜਾਨ ਦਾ ਪਿਆਸਾ ਹੋ ਗਿਆ ਹੈ, ਪਰ ਮੈਂ ਇੱਥੋਂ ਸੀਮਾ ਨੂੰ ਲਏ ਬਗੈਰ ਨਹੀਂ ਜਾਵਾਂਗਾ। ਉਸਨੇ ਮੇਰੇ ਵੱਲ ਦੇਖਿਆ ਤਾਂ ਮੈਂ ਸਹਿਮ ਗਈ। ਇਹਨਾਂ ਸਭ ਵਿੱਚ ਮੈਂ ਕਿੱਥੋਂ ਆ ਗਈ? ਮਾਂ ਨੇ ਕਿਹਾ, ਇਹੀ ਠੀਕ ਰਹੇਗਾ। ਇਸ ਤੋਂ ਪਹਿਲਾਂ ਕਿ ਮੇਰਾ ਪਤੀ ਘਰ ਆ ਜਾਵੇ, ਤੂੰ ਸੀਮਾ ਨੂੰ ਲੈ ਕੇ ਇੱਥੋਂ ਚਲਿਆ ਜਾ। ਪਿੱਛੋਂ ਮੈਂ ਸਾਰੀ ਗੱਲ ਸੰਭਾਲ ਲਵਾਂਗੀ। ਮੈਂ ਆਪਣੀ ਮਾਂ ਦੇ ਮੂੰਹੋਂ ਇਹ ਸਭ ਸੁਣ ਕੇ ਹੈਰਾਨ ਰਹਿ ਗਈ ਸੀ ਕਿ ਉਹ ਅਜਿਹਾ ਕਿਸ ਤਰ੍ਹਾਂ ਕਰ ਸਕਦੀ ਸੀ। ਮੈਨੂੰ ਉਸ ਆਦਮੀ ਨਾਲ ਕਿਵੇਂ ਭੇਜ ਸਕਦੀ ਸੀ? ਮੈਂ ਬਹੁਤ ਰੋਈ ਪਰ ਉਸ ਮੇਰੀ ਇੱਕ ਨਾ ਸੁਣੀ। ਉਸ ਸਮੇਂ ਮੈਨੂੰ ਉਹ ਆਦਮੀ ਹੈਵਾਨ ਲੱਗ ਰਿਹਾ ਸੀ। ਮੈਂ ਸ਼ੋਰ ਮਚਾਉਣ ਹੀ ਲੱਗੀ ਸੀ ਕਿ ਮੇਰੀ ਮਾਂ ਨੇ ਮੈਨੂੰ ਅਜਿਹੀ ਗੱਲ ਕਹੀ ਜਿਸ ਨੂੰ ਸੁਣ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੈਂ ਆਪਣੀ ਮਾਂ ਨੂੰ ਨਫ਼ਰਤ ਨਾਲ ਦੇਖਣ ਲੱਗੀ। ਫਿਰ ਮੈਂ ਉਸ ਆਦਮੀ ਨਾਲ ਆ ਗਈ। ਮੈਨੂੰ ਇੱਕ ਕਮਰੇ ਵਿੱਚ ਬੰਦ ਸੀ। ਫਿਰ ਉਹ ਆਦਮੀ ਕਮਰੇ ਵਿੱਚ ਆਇਆ ਤੇ ਮੇਰੇ ਕੋਲ ਆ ਕੇ ਬੈਠ ਗਿਆ। ਉਹ ਮੈਨੂੰ ਕਹਿਣ ਲੱਗਿਆ ਕਿ ਤੈਨੂੰ ਪਤਾ ਹੈ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ। ਓਨਾ ਪਿਆਰ ਤਾਂ ਮੈਂ ਤੇਰੀ ਮਾਂ ਨੂੰ ਨਹੀਂ ਕਰਦਾ ਜਿੰਨਾ ਤੈਨੂੰ ਕਰਦਾ ਹਾਂ। ਮੈਂ ਉਸਦਾ ਚਿਹਰਾ ਗੌਰ ਨਾਲ ਦੇਖ ਰਹੀ ਸੀ। ਤੈਨੂੰ ਪਤਾ ਹੈ, ਤੇਰਾ ਨਾਮ ਵੀ ਮੈਂ ਹੀ ਰੱਖਿਆ ਸੀ। ਮੈਂ ਖਾਮੋਸ਼ੀ ਨਾਲ ਉਸਦੀਆਂ ਗੱਲਾਂ ਸੁਣਦੀ ਰਹੀ ਕਿਉਂਕਿ ਘਰੋਂ ਆਉਣ ਤੋਂ ਪਹਿਲਾਂ ਜੋ ਸੱਚਾਈ ਮਾਂ ਨੇ ਮੈਨੂੰ ਦੱਸੀ ਸੀ ਉਹ ਮੈਂ ਪੂਰੀ ਤਰ੍ਹਾਂ ਜਾਣਨਾ ਚਾਹੁੰਦੀ ਸੀ। ਉਹ ਕਹਿਣ ਲੱਗਾ ਕਿ ਮੇਰਾ ਵਿਆਹ ਜ਼ਬਰਦਸਤੀ ਹੋਇਆ ਸੀ ਕਿਉਂਕਿ ਇੱਕ ਕੁੜੀ ਮੈਨੂੰ ਬਹੁਤ ਪਸੰਦ ਕਰਦੀ ਸੀ ਜੋ ਮੇਰੇ ਜੀਜੇ ਦੀ ਬਹੁਤ ਚੰਗੀ ਦੋਸਤ ਸੀ। ਪਰ ਮੈਂ ਕਿਸੇ ਨੂੰ ਹੋਰ ਪਸੰਦ ਕਰਦਾ ਸੀ। ਉਹ ਮੇਰਾ ਇੰਤਜ਼ਾਰ ਕਰ ਰਹੀ ਸੀ ਪਰ ਮੇਰੇ ਜੀਜੇ ਨੇ ਸ਼ਰਤ ਰੱਖ ਦਿੱਤੀ ਕਿ ਜਦੋਂ ਤੱਕ ਮੈਂ ਉਸਦੀ ਦੋਸਤ ਨਾਲ ਵਿਆਹ ਨਹੀਂ ਕਰਵਾਉਂਦਾ, ਉਹ ਮੇਰੀ ਭੈਣ ਨਾਲ ਵਿਆਹ ਨਹੀਂ ਕਰਨਗੇ। ਮੈਨੂੰ ਮਜਬੂਰਨ ਆਪਣੀ ਭੈਣ ਖਾਤਰ ਉਸ ਕੁੜੀ ਨਾਲ ਵਿਆਹ ਕਰਵਾਉਣਾ ਪਿਆ। ਮੇਰਾ ਜੀਜਾ ਵਿਆਹ ਤੋਂ ਬਾਅਦ 2 ਸਾਲ ਲਈ ਬਾਹਰ ਚਲਿਆ ਗਿਆ। ਮੈਂ ਵੀ 3 ਮਹੀਨੇ ਆਪਣੀ ਪਤਨੀ ਨਾਲ ਰਹਿਣ ਤੋਂ ਬਾਅਦ ਉਸ ਕੁੜੀ ਕੋਲ ਚਲਿਆ ਗਿਆ ਜੋ ਮੇਰਾ ਇੰਤਜ਼ਾਰ ਕਰ ਰਹੀ ਸੀ, ਜਿਸ ਨੂੰ ਮੈਂ ਪਿਆਰ ਕਰਦਾ ਸੀ। ਪਰ ਉੱਥੇ ਜਾ ਕੇ ਮੈਨੂੰ ਪਤਾ ਚੱਲਿਆ ਕਿ ਉਸਦਾ ਵਿਆਹ ਹੋ ਗਿਆ ਹੈ। ਜਦੋਂ ਮੈਂ ਵਾਪਸ ਆਇਆ ਤਾਂ ਪਤਾ ਚੱਲਿਆ ਕਿ ਮੇਰੀ ਪਤਨੀ ਪ੍ਰੈਗਨੈਂਟ ਹੈ। ਪਰ ਮੈਂ ਉਸ ਕੁੜੀ ਨੂੰ ਲੱਭਣਾ ਨਹੀਂ ਛੱਡਿਆ। ਫਿਰ ਉਹ ਮੈਨੂੰ ਮਿਲ ਵੀ ਗਈ ਪਰ ਉਸਦੀ ਹਾਲਤ ਬਹੁਤ ਖਰਾਬ ਸੀ। ਉਸਦਾ ਪਤੀ ਉਸਨੂੰ ਰੋਜ਼ ਮਾਰਦਾ ਸੀ। ਫਿਰ ਇੱਕ ਦਿਨ ਉਸਨੂੰ ਕੁੱਟ ਕੇ ਘਰੋਂ ਕੱਢ ਦਿੱਤਾ। ਉਹ ਮੇਰੇ ਘਰ ਪਹੁੰਚ ਗਈ। ਮੈਂ ਉਸਨੂੰ ਦੇਖ ਕੇ ਹੈਰਾਨ ਰਹਿ ਗਿਆ। ਮੇਰੀ ਪਤਨੀ ਨੇ ਉਸਨੂੰ ਘਰੋਂ ਕੱਢਣ ਲਈ ਕਿਹਾ ਪਰ ਉਸਦੀ ਹਾਲਤ ਬਹੁਤ ਖਰਾਬ ਸੀ। ਉਹ ਮੈਥੋਂ ਮਦਦ ਮੰਗ ਰਹੀ ਸੀ। ਅਜਿਹੀ ਹਾਲਤ ਵਿੱਚ ਮੈਂ ਉਸਨੂੰ ਘਰੋਂ ਕਿਵੇਂ ਕੱਢ ਸਕਦਾ ਸੀ? ਮੇਰੀ ਪਤਨੀ ਮੇਰੇ ਨਾਲ ਗੁੱਸੇ ਹੋ ਕੇ ਮੇਰੇ ਜੀਜੇ ਤੇ ਭੈਣ ਕੋਲ ਚਲੀ ਗਈ ਕਿਉਂਕਿ ਉਸਦਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਸੀ। ਉੱਥੇ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ ਪਰ ਉਸਦੀ ਮੌਤ ਹੋ ਗਈ। ਜਦੋਂ ਮੇਰੇ ਜੀਜੇ ਨੂੰ ਸੱਚ ਪਤਾ ਚੱਲਿਆ ਕਿ ਮੈਂ ਕੀ ਕੀਤਾ ਹੈ ਤਾਂ ਉਹ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਸਨ। ਮੇਰੀ ਭੈਣ ਨੇ ਮੈਨੂੰ ਫੋਨ ਕਰਕੇ ਕਿਹਾ ਮੈਂ ਉਸ ਕੁੜੀ ਨਾਲ ਹੋਰ ਸ਼ਹਿਰ ਚਲਾ ਜਾਵਾਂ, ਮੇਰੀ ਬੱਚੀ ਨੂੰ ਉਹ ਸੰਭਾਲ ਲਵੇਗੀ। ਪਰ ਮੈਂ ਆਪਣੀ ਬੱਚੀ ਤੇ ਭੈਣ ਨੂੰ ਬਹੁਤ ਯਾਦ ਕਰਦਾ ਸੀ ਤੇ ਬਹੁਤ ਉਦਾਸ ਰਹਿੰਦਾ ਸੀ। ਅੱਜ ਇੰਨੇ ਸਾਲਾਂ ਬਾਅਦ ਵਾਪਸ ਆ ਕੇ ਆਪਣੀ ਭੈਣ ਨੂੰ ਚੋਰੀ ਮਿਲਣ ਜਾਂਦਾ ਸੀ। ਆਪਣੀ ਬੇਟੀ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਪਰ ਮੇਰੇ ਜੀਜੇ ਨੂੰ ਮੇਰੇ ਵਾਪਸ ਆਉਣ ਬਾਰੇ ਪਤਾ ਚੱਲ ਗਿਆ। ਉਹ ਮੈਨੂੰ ਮਾਰਨਾ ਚਾਹੁੰਦਾ ਹੈ। ਤੂੰ ਹੀ ਮੇਰੀ ਬੇਟੀ ਹੈ ਜਿਸ ਨੂੰ ਤੂੰ ਆਪਣੀ ਮਾਂ ਕਹਿੰਦੀ ਹੈ, ਉਹ ਮੇਰੀ ਭੈਣ ਹੈ। ਮੇਰੀ ਭੈਣ ਇੰਨੇ ਸਾਲਾਂ ਤੋਂ ਆਪਣੇ ਪਤੀ ਤੇ ਭਰਾ ਵਿੱਚ ਪਿਸ ਰਹੀ ਹੈ। ਉਹ ਆਪਣੀ ਗੱਲ ਕਹਿ ਕੇ ਚੁੱਪ ਕਰ ਗਏ। ਮੈਂ ਉਹਨਾਂ ਦੇ ਹੰਝੂ ਆਪਣੇ ਹੱਥਾਂ ਨਾਲ ਸਾਫ਼ ਕੀਤੇ। ਮੈਂ ਆਪਣੀ ਮਾਂ ਨੂੰ ਕਿੰਨਾ ਗਲਤ ਸਮਝਿਆ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਮੈਂ ਆਪਣੀ ਗਲਤੀ 'ਤੇ ਸ਼ਰਮਿੰਦਾ ਸੀ। ਮੈਂ ਕਿਹਾ ਮੈਂ ਸਭ ਠੀਕ ਕਰ ਦੇਵਾਂਗੀ। ਮੈਂ ਪਾਪਾ ਨਾਲ ਗੱਲ ਕਰਾਂਗੀ, ਉਹ ਤੁਹਾਨੂੰ ਮਾਫ਼ ਕਰ ਦੇਣਗੇ।
ਦੋਸਤੋ ਕਈ ਵਾਰ ਇਨਸਾਨ ਗਲਤ ਨਹੀਂ ਹੁੰਦਾ, ਹਾਲਾਤ ਹੀ ਉਸ ਤੋਂ ਕੁਝ ਗਲਤੀਆਂ ਕਰਵਾ ਦਿੰਦੇ ਹਨ ਜਿਸ ਨਾਲ ਨਾ ਜਾਣੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਹਨ। ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।